ਇੱਕ ਪਿੰਡ ਵਿੱਚ ਇੱਕ ਛੋਟਾ ਜਿਹਾ ਪਰਿਵਾਰ ਰਹਿੰਦਾ ਸੀ, ਜਿਸ ਵਿੱਚ ਇੱਕ ਬੱਚਾ ਅਤੇ ਉਸ ਦੇ ਮਾਤਾ ਪਿਤਾ ਰਹਿੰਦੇ ਸਨ। ਜਦੋਂ ਬੱਚਾ ਛੋਟਾ ਜਿਹਾ ਸੀ ਤਾਂ ਉਸ ਸਮੇਂ ਉਸ ਦੀ ਮਾਂ ਦੀ ਇੱਕ ਬਿਮਾਰੀ ਕਾਰਨ ਮੌਤ ਹੋ ਗਈ ਸੀ। ਪਰ ਉਸ ਦੇ ਪਿਤਾ ਨੇ ਆਪਣੇ ਬੱਚੇ ਨੂੰ ਪੜ੍ਹਾਉਣ ਲਈ ਬਹੁਤ ਹੀ ਸਖਤ ਮਿਹਨਤ ਕੀਤੀ, ਕਿਉਂਕਿ ਉਸ ਦੇ ਪਿਤਾ ਦਾ ਸੁਪਨਾ ਸੀ ਕਿ ਉਸ ਦਾ ਪੁੱਤਰ ਪੜ੍ਹ ਲਿਖ ਕੇ ਇੱਕ ਕਾਮਯਾਬ ਇਨਸਾਨ ਬਣੇ। ਇੱਕ ਦਿਨ ਉਹ ਪੁੱਤਰ ਆਪਣੇ ਪਿਤਾ ਦੀ ਸਖਤ ਮਿਹਨਤ ਕਰਕੇ ਆਪਣੇ ਜੀਵਨ ਵਿੱਚ ਕਾਮਯਾਬ ਹੋ ਗਿਆ। ਫਿਰ ਉਸ ਦੇ ਪਿਤਾ ਨੇ ਉਸ ਦਾ ਬੜੇ ਹੀ ਚਾਵਾਂ ਨਾਲ ਵਿਆਹ ਕਰ ਦਿੱਤਾ। ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਉਸ ਦੇ ਪਿਤਾ ਦੀ ਸਿਹਤ ਵਿਗੜਦੀ ਗਈ ਅਤੇ ਉਹ ਮੰਜੇ ਉੱਤੇ ਪੈ ਗਿਆ ਅਤੇ ਉਹ ਪੁੱਤਰ ਆਪਣੇ ਪਿਤਾ ਨੂੰ ਬੋਝ ਸਮਝਣ ਲੱਗ ਪਿਆ ਅਤੇ ਉਸ ਦੀ ਪਤਨੀ ਵੀ ਉਸ ਦੇ ਪਿਤਾ ਨਾਲ ਨਫ਼ਰਤ ਕਰਨ ਲੱਗ ਪਈ। ਉਹਨਾਂ ਦਾ ਇੱਕ ਛੋਟਾ ਜਿਹਾ ਬੱਚਾ ਵੀ ਸੀ। ਉਸ ਦੀ ਮਾਂ ਉਸ ਨੂੰ ਆਪਣੇ ਦਾਦਾ ਲਾਗੇ ਖੇਡਣ ਵੀ ਨਹੀਂ ਜਾਣ ਦਿੰਦੀ ਸੀ। ਫਿਰ ਇੱਕ ਦਿਨ ਇਹੋ ਜਿਹਾ ਸਮਾਂ ਆ ਗਿਆ ਕਿ ਪਤਨੀ ਆਪਣੇ ਪਤੀ ਨੂੰ ਕਹਿਣ ਲੱਗੀ ਕਿ ਤੇਰੇ ਪਿਤਾ ਤੋਂ ਮੈਂ ਬਹੁਤ ਜ਼ਿਆਦਾ ਤੰਗ ਆ ਚੁੱਕੀ ਹਾਂ। ਉਸ ਨੇ ਆਪਣੇ ਪਤੀ ਵੱਲ ਬੜੇ ਹੀ ਗੁੱਸੇ ਨਾਲ ਵੇਖਦੇ ਹੋਏ ਕਿਹਾ ਕਿ ਮੈਂ ਫੈਸਲਾ ਕਰ ਲਿਆ ਹੈ, ਜਾਂ ਤਾਂ ਇਸ ਘਰ ਵਿੱਚ ਮੈਂ ਤੇ ਮੇਰਾ ਬੇਟਾ ਰਹਾਂਗੇ ਜਾਂ ਫਿਰ ਤੇਰਾ ਪਿਤਾ। ਪਰ ਉਸ ਵਿਅਕਤੀ ਨੇ ਆਪਣੀ ਪਤਨੀ ਨੂੰ ਕਿਹਾ ਕਿ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ, ਅਸੀਂ ਪਿਤਾ ਨੂੰ ਕਿਸੇ ਹੋਰ ਜਗ੍ਹਾ ਉੱਤੇ ਭੇਜਣ ਬਾਰੇ ਸੋਚਦੇ ਹਾਂ। ਉਸ ਦੀ ਪਤਨੀ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਅਸੀਂ ਪਿਤਾ ਨੂੰ ਬਿਰਧ ਆਸ਼ਰਮ ਛੱਡ ਆਵਾਂਗੇ। ਪਰ ਉਸ ਦਾ ਪਤੀ ਕਹਿਣ ਲੱਗਾ ਕਿ ਨਹੀਂ, ਪਿੰਡ ਵਾਲੇ ਲੋਕ ਕੀ ਕਹਿਣਗੇ, ਮੈਨੂੰ ਤਾਂ ਹਰ ਰੋਜ਼ ਪਿੰਡ ਵਾਲਿਆਂ ਦੇ ਤਾਨੇ ਸੁਣਨ ਨੂੰ ਮਿਲਣਗੇ। ਫਿਰ ਉਸ ਨੇ ਸਲਾਹ ਕੀਤੀ ਕਿ ਮੈਂ ਰਾਤ ਨੂੰ ਆਪਣੇ ਪਿਤਾ ਨੂੰ ਜੰਗਲ ਵਿੱਚ ਛੱਡ ਆਵਾਂਗਾ। ਜਦੋਂ ਉਹ ਆਪਣੇ ਪਿਤਾ ਨੂੰ ਜੰਗਲ ਵਿੱਚ ਛੱਡਣ ਬਾਰੇ ਆਪਣੀ ਪਤਨੀ ਨਾਲ ਸਲਾਹ ਕਰ ਰਿਹਾ ਸੀ ਤਾਂ ਉਹਨਾਂ ਦਾ ਛੋਟਾ ਜਿਹਾ ਬੱਚਾ ਇਹ ਸਭ ਕੁਝ ਸੁਣ ਰਿਹਾ ਸੀ। ਤਾਂ ਜਦੋਂ ਰਾਤ ਹੋਈ ਤਾਂ ਉਹ ਆਪਣੇ ਪਿਤਾ ਨੂੰ ਗੱਡੀ ਵਿੱਚ ਬਿਠਾਉਣ ਲੱਗਾ ਤਾਂ ਉਸ ਦਾ ਬੇਟਾ ਕਹਿਣ ਲੱਗਾ ਕਿ ਪਾਪਾ ਮੈਂ ਵੀ ਤੁਹਾਡੇ ਨਾਲ ਜਾਵਾਂਗਾ। ਉਸ ਨੇ ਆਪਣੇ ਬੇਟੇ ਨੂੰ ਕਿਹਾ ਕਿ ਬੇਟਾ ਤੂੰ ਮੇਰੇ ਨਾਲ ਨਹੀਂ ਜਾਵੇਂਗਾ। ਪਰ ਉਸ ਬੱਚੇ ਨੇ ਕਿਹਾ ਕਿ ਪਾਪਾ ਮੈਂ ਉਸ ਜੰਗਲ ਨੂੰ ਵੇਖਣ ਲਈ ਜਾਣਾ ਹੈ ਜਿੱਥੇ ਤੁਸੀਂ ਦਾਦਾ ਜੀ ਨੂੰ ਛੱਡਣ ਜਾ ਰਹੇ ਹੋ। ਉਸ ਨੇ ਆਪਣੇ ਬੇਟੇ ਨੂੰ ਕਿਹਾ ਕਿ ਤੂੰ ਕਿਉਂ ਉਸ ਜੰਗਲ ਨੂੰ ਵੇਖਣਾ ਹੈ। ਅੱਗੋਂ ਉਹ ਬੱਚਾ ਕਹਿਣ ਲੱਗਾ ਕਿਉਂਕਿ ਜਦੋਂ ਤੁਸੀਂ ਬਜ਼ੁਰਗ ਹੋ ਜਾਓਗੇ ਤਾਂ ਫਿਰ ਮੈਂ ਵੀ ਤੁਹਾਨੂੰ ਉਸੇ ਜੰਗਲ ਵਿੱਚ ਛੱਡ ਕੇ ਆਵਾਂਗਾ। ਆਪਣੇ ਬੱਚੇ ਦੀ ਇਹ ਗੱਲ ਸੁਣ ਕੇ ਉਸ ਵਿਅਕਤੀ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਆਪਣੇ ਪਿਤਾ ਦੇ ਗਲ ਲੱਗ ਕੇ ਉੱਚੀ ਉੱਚੀ ਰੋਣ ਲੱਗ ਪਿਆ ਅਤੇ ਉਸ ਵਿਅਕਤੀ ਨੂੰ ਸਮਝ ਆ ਗਈ ਸੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਮਾਤਾ ਪਿਤਾ ਨਾਲ ਵਿਵਹਾਰ ਕਰਾਂਗੇ ਉਸੇ ਤਰ੍ਹਾਂ ਸਾਡੇ ਬੱਚੇ ਵੀ ਸਾਡੇ ਨਾਲ ਕਰਨਗੇ। ਦੋਸਤੋ, ਮੈਂ ਇਹੀ ਕਹਾਂਗਾ ਕਿ ਪਿਓ ਇੱਕ ਮਕਾਨ 'ਤੇ ਪਈ ਉਸ ਟੀਨ ਵਰਗਾ ਹੁੰਦਾ ਹੈ ਜਿਹੜੀ ਅਕਸਰ ਖੜਾਕ ਕਰਦੀ ਰਹਿੰਦੀ ਹੈ, ਪਰ ਜਦੋਂ ਮੀਂਹ ਪੈਂਦਾ ਹੈ ਤਾਂ ਪੂਰੇ ਪਰਿਵਾਰ ਨੂੰ ਭਿੱਜਣ ਨਹੀਂ ਦਿੰਦੀ। ਸਾਨੂੰ ਆਪਣੇ ਮਾਤਾ ਪਿਤਾ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਫਾਦਰਸ ਡੇ। ਧੰਨਵਾਦ।